सतनाम। धन वाहेगुरु साहिब जीओ। डंडौत बंदन अनेक बार, सर्व कला समरथ। डोलन ते राखो प्रभु, नानक दे कर हथ। डोलन ते राखो प्रभु, नानक दे कर हथ। परम सन्मान योग सतगुरु की साजी निवाजी साध संगत जी, अज सिख कौम दे महान विद्वान नाम रसीए, निमरता दे पुंज, अत दे मिठ बोलड़े, दूसरे दे दर्द नूं सुन के देख के वंडाउण वाले और सिੱਖੀ ਦੇ प्रचार प्रसार ਲਈ तन मन धन करके समर्पित अति सन्मानयोग संत कवि भाई साहब भाई वीर सिंह जी महाराज, उन्हां दे जन्म दिहाड़े नूं ये विशेष गुरमत समागम समर्पित किए गए ने। आओ श्री गुरु ग्रंथ साहिब जी दे शब्द की टेक राही सतगुरु दे शब्द की रोशनी विच आपां गुरसिख भजन बंदगी सिमरन और श्रीमान भाई साहब भाई वीर सिंह जी उन्हां दी जिहड़ी देन है उस संबंधी कुछ विचारां संखेप जिहियां आप जी नाल सांझियां कर सकां। गुरु बख्शी फतेह स्वीकार करो और उच्चारण करो जी। वाहिगुरु जी का खालसा, वाहिगुरु जी की फतेह। श्री गुरु ग्रंथ साहिब सच्चे पातशाह जी दी जो गुरमत है, इस विच सानू तीन चार गल्लां बहुत ध्यान नाल समझणियां चाहीदियां ने। सब तो पहला कि श्री गुरु ग्रंथ साहिब जी दी अमृत गुरबाणी विच पार ब्रह्म परमेश्वर एक ओंकार, जिस नूं सतगुरु ने बाणी विच वख-वख नावां नाल संबोधन किया जां वख-वख उन्हां लई नाम वरते हजूर ने परमेश्वर दे लई। उंज तां परमात्मा दे मुकम्मल नाम नूं कोई भी बयान नहीं कर सकता, पर जिन्नी जिन्नी समझ पई अवतार पुरुषां ने, पैगंबरां ने, संतां ने, भगतां ने, गुरु साहिबानां ने उस प्यारे महबूब नूं वख-वख नावां दे नाल पुकारिया। जिवें गुरु गोबिंद सिंह जी दे बचन ने, तब सर्ब नाम कथय कवन कर्म नाम बरनत सुमत। तेरे इस मुकम्मल नाम नूं कोई बयान नहीं कर सकता। कर्म नाम सुमत वाले लोकां ने, चंगी मत वाले लोकां ने तेरे कर्म नावां नाल तैनूं पुकारिया। अकाल पुरख वाहिगुरू जी दी सिफत पूरे गुरु ग्रंथ साहिब जी दी अमृत बाणी विच है। उस तो बाद अकाल पुरख वाहिगुरू जी नाल परमेश्वर नाल जोड़न वाले गुर परमेश्वर सतगुरां दी सिफत बाणी दे विच है।
ਉਸ ਤੋਂ ਬਾਅਦ ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਜੀ, ਅੱਖਰੀ ਸ਼ਬਦ ਦੇ ਉਚਾਰਨ ਕਰਤਾ, ਧੁਰ ਕੀ ਬਾਣੀ ਦੇ ਉਚਾਰਨ ਕਰਤਾ ਸਮਰੱਥ ਸਤਿਗੁਰੂ ਔਰ ਉਹਨਾਂ ਦੇ ਸ਼ਬਦ ਦੀ ਸਿਫਤ ਹੈ। ਉਸ ਤੋਂ ਅੱਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅੰਦਰ ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ, ਪਰ ਉਪਕਾਰੀ ਮਹਾਂਪੁਰਖ, ਗੁਰਸਿੱਖ, ਗੁਰਮੁਖ, ਬ੍ਰਹਮ ਗਿਆਨੀ, ਸਾਧ, ਸੰਤ, ਭਗਤ, ਦਰਵੇਸ਼, ਉਹਨਾਂ ਸਾਰਿਆਂ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੀਤੀ ਗਈ ਹੈ। ਉਦਾਹਰਨ ਦੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸਿਫਤਾਂ ਦਾ ਭੰਡਾਰਾ ਹੈ ਗੁਰੂ ਗ੍ਰੰਥ ਸਾਹਿਬ ਜੀ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਅਨੇਕਾਂ ਸ਼ਬਦ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਵਿੱਚ ਉਚਾਰਨ ਕੀਤੇ ਨੇ। ਮੈਂ ਇਸ ਕਰਕੇ ਪ੍ਰਾਰੰਭਤਾ ਇਸ ਵਿਚਾਰ ਤੋਂ ਕੀਤੀ ਹੈ ਕਿਉਂਕਿ ਜਿਹੜੀ ਸਾਡੀ ਧੁਰ ਅੰਤਰ ਆਤਮਾ ਹੈ ਜਾਂ ਜੀਵ ਆਤਮਾ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹੜਾ ਪਰਮੇਸ਼ਵਰ ਨਾਲੋਂ ਟੁੱਟ ਜਾਏ, ਉਸ ਟੁੱਟੇ ਹੋਏ ਨੂੰ ਜੋੜਨ ਦਾ ਵਸੀਲਾ ਇੱਕੋ ਹੈ ਕਿ ਉਹ ਪਿਆਰੇ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦੇਵੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿ ਸੋਨੇ ਦੀ ਕੋਈ ਚੀਜ਼, ਸੋਨੇ ਦੀ ਬਣੀ ਹੋਈ ਕੋਈ ਚੀਜ਼, ਗਹਿਣਾ ਹੋਵੇ, ਕੋਈ ਬਰਤਨ ਹੋਵੇ, ਉਹ ਟੁੱਟ ਜਾਏ, ਲੋਹੇ ਦੀ ਬਣੀ ਕੋਈ ਵਸਤੂ ਟੁੱਟ ਜਾਏ, ਜਾਂ ਕਾਂਸੀ ਪਿੱਤਲ ਦੀ ਬਣੀ ਕੋਈ ਚੀਜ਼ ਉਹ ਤੇੜੀ ਜਾਏ, ਟੁੱਟ ਜਾਏ, ਤੇ ਇਸ ਟੁੱਟੀ ਹੋਈ ਚੀਜ਼ ਨੂੰ, ਇਸ ਮੈਟਲ ਨੂੰ, ਇਸ ਧਾਤ ਨੂੰ, ਸੋਨਾ ਹੋਵੇ, ਲੋਹਾ ਹੋਵੇ, ਪਿੱਤਲ ਹੋਵੇ, ਕਾਂਸੀ ਹੋਵੇ, ਜਿਹੜਾ ਇਹ ਮੈਟਲ ਟੁੱਟ ਜਾਏ, ਇਹ ਧਾਤ ਟੁੱਟ ਜਾਏ, ਤੇ ਉਸ ਨੂੰ ਅੱਗ ਟੁੱਟੇ ਹੋਏ ਨੂੰ ਦੁਬਾਰਾ ਜੋੜ ਦਿੰਦੀ ਹੈ। ਇਨ ਬਿਨ ਇਸੇ ਤਰ੍ਹਾਂ ਕਿ ਜਿਵੇਂ ਟੁੱਟੀ ਹੋਈ ਧਾਤ ਨੂੰ ਅੱਗ ਦੁਬਾਰਾ ਜੋੜ ਦਿੰਦੀ ਹੈ, ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਤੋਂ ਵਿਛੁੰਨਾ ਹੈ, ਵਿਛੜ ਗਿਆ ਹੈ, ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਜਦੋਂ ਉਹ ਇਨਸਾਨ ਪਰਮਾਤਮਾ ਦੀ ਸਿਫਤ ਕਰੇਗਾ ਤੇ ਸਿਫਤ ਉਸ ਟੁੱਟੇ ਹੋਏ ਨੂੰ ਪਰਮਾਤਮਾ ਨਾਲ ਜੋੜ ਦੇਗੀ। ਮਹਾਰਾਜ ਜੀ ਦੇ ਬਚਨ ਨੇ, ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਇਹ ਤਿੰਨ ਚੀਜ਼ਾਂ, ਕਹਿਹਾਂ ਕੰਚਨ ਸੋਨਾ ਔਰ ਸਾਰ ਦਾ ਅਰਥ ਹੈ ਲੋਹਾ। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਇਸ ਸ਼ਲੋਕ ਦੇ ਅੰਤ ਵਿੱਚ ਹਜ਼ੂਰ ਨੇ ਫਰਮਾਇਆ ਕਿ ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਜਿਹੜੇ ਅਸੀਂ ਅਨੇਕਾਂ ਸ਼ਬਦ ਗੁਰਦੇਵ ਦੇ ਪੜ੍ਹਨੇ ਖਾਂ। ਹਜ਼ੂਰ ਨੇ ਫਰਮਾਇਆ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਇਹ ਵੀ ਤੇ ਇੱਕ ਸਿਫਤ ਹੈ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿ ਨਾ ਜਾਈ। ਇਹ ਵੀ ਤੇ ਇੱਕ ਸਿਫਤ ਹੈ। ਉਹਦੇ ਸਰਗੁਣ ਸਰੂਪ ਦੀ ਝਲਕ ਲੈ ਕੇ ਵੀ ਸਿਫਤ ਕੀਤੀ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ। ਕਹਿਣ ਤੋਂ ਮੁਰਾਦ ਗੁਣ ਨਿਧਾਨ, ਗੁਣਵੰਤਾ ਪਰਮੇਸ਼ਵਰ ਜੀ। ਇੱਕ ਤਾਂ ਬਾਣੀ ਵਿੱਚ ਉਹਨਾਂ ਦੀ ਸਿਫਤ ਹੈ। ਦੂਸਰਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰ ਪਰਮੇਸ਼ਵਰ ਸ਼ਬਦ ਵਰਤਿਆ ਹੈ, ਕਿਉਂਕਿ ਇੱਕ ਪਾਰ ਬ੍ਰਹਮ ਪਰਮੇਸ਼ਵਰ, ਦੂਸਰਾ ਗੁਰ ਪਰਮੇਸ਼ਵਰ ਹੈ ਜੋ ਨਿਰਾਕਾਰ ਹੈ, ਜਿਹਨੂੰ ਨਿਰਗੁਣ ਕਿਹਾ ਜਾਂਦਾ ਹੈ, ਜਿਹੜਾ ਆਪਣੇ ਆਪੇ ਵਿੱਚ ਸੀ ਜਦੋਂ ਉਹ ਸਰਗੁਣ ਸਾਕਾਰ ਹੋਇਆ। ਜਿੱਥੇ ਉਹ ਦ੍ਰਿਸ਼ਟਮਾਨ ਇਸ ਕੁਦਰਤ ਵਿੱਚ, ਇਸ ਕਾਇਨਾਤ ਵਿੱਚ ਵਰਤਿਆ, ਉਸ ਨਿਰਾਕਾਰ ਨੇ ਜੋ ਆਕਾਰ ਬਣਾਇਆ ਉਹਨੂੰ ਆਪਾਂ ਸਤਿਗੁਰੂ ਕਹਿੰਦੇ ਹਾਂ। ਇਸੇ ਕਰਕੇ ਭਾਈ ਸਾਹਿਬ ਜੀ ਦਾ ਇੱਕ ਬਚਨ ਹੈ ਗੁਰਦਾਸ ਜੀ ਦਾ, ਨਿਰੰਕਾਰ ਨਾਨਕ ਦਿਓ ਹੈ, ਨਿਰੰਕਾਰ ਆਕਾਰ ਬਣਾਇਆ। ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ, ਗੁਰ ਪਰਮੇਸ਼ਵਰ ਦੀ ਸਿਫਤ ਜਦੋਂ ਅਸੀਂ ਪਾਠ ਕਰਨੇ ਹਾਂ, ਮਹਾਰਾਜ ਜੀ ਨੇ ਬੜੀ ਸਿਫਤ ਕੀਤੀ ਗੁਰੂ ਦੀ। ਹਜ਼ੂਰ ਨੇ ਫਰਮਾਇਆ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਧਾਰੈ। ਇਹ ਵੀ ਤਾਂ ਸਿਫਤ ਹੈ। ਮਹਾਰਾਜ ਜੀ ਨੇ ਕਿਹਾ, ਬਲਿਹਾਰੀ ਗੁਰ ਆਪਣੇ, ਦਿਓ ਖਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਗੁਰੂ ਸ਼ਬਦ ਜਦੋਂ ਉਚਾਰਦੇ ਨੇ, ਬਾਣੀ ਉਚਾਰਦੇ ਨੇ, ਤੇ ਗੁਰਮੁਖੋ ਬਾਣੀ ਦੇ ਅੰਦਰ ਉਸ ਬਾਣੀ ਦੀ ਸਿਫਤ ਵੀ ਗੁਰਦੇਵ ਨੇ ਦਰਜ ਕੀਤੀ। ਜਿਵੇਂ ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ, ਵਾਹੋ ਵਾਹੋ ਬਾਣੀ
ਨਿਰੰਕਾਰ ਹੈ, ਇਹ ਸਿਫਤ ਹੈ। ਜਾਂ ਅਸੀਂ ਪੜ੍ਹਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਸਿਫਤ ਹੈ। ਉਸ ਤੋਂ ਅੱਗੇ ਜਿਸ ਸਿੱਖ ਨੇ, ਜਿਸ ਜਗਿਆਸੂ ਨੇ ਗੁਰੂ ਦੀ ਦਿੱਤੀ ਕੋਈ ਮੱਤ ਨੂੰ ਗ੍ਰਹਿਣ ਕੀਤਾ ਤੇ ਗੁਰਮਤ ਸ਼ਬਦ ਨਾਮ ਅਭਿਆਸ, ਗੁਰਮਤ ਨਾਮ ਅਭਿਆਸ ਦੀ ਕਮਾਈ ਕੀਤੀ, ਉਸ ਕਰਨੀ ਕਮਾਣੀ ਵਾਲੇ ਗੁਰਸਿੱਖ ਦੀ ਵੀ ਸਿਫਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ। ਇਹਨੂੰ ਥੋੜ੍ਹਾ ਜਿਹਾ ਫਿਰ ਮੈਂ ਬੇਨਤੀ ਕਰ ਦਿਆਂਗਾ, ਕਿਉਂਕਿ ਸ਼ਬਦ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਪਾਰ ਬ੍ਰਹਮ ਪਰਮੇਸ਼ਵਰ ਦੀ ਗੱਲ ਆਪਾਂ ਕਰਨੇ ਆ। ਉਸ ਤੋਂ ਬਾਅਦ ਜਦੋਂ ਗੁਰੂ ਲਫ਼ਜ਼ ਆਉਂਦਾ ਹੈ, ਠੀਕ ਹੈ, ਸਾਡੇ ਵਿਦਵਾਨ ਸਿਆਣੇ ਪੁਰਸ਼ ਇਹਦੇ ਲਫ਼ਜ਼ ਵਰਤਦੇ ਆ। ਗੁਰੂ ਦਾ ਅਰਥ ਉਸਤਾਦ, ਗੁਰੂ ਦਾ ਅਰਥ ਮਾਸਟਰ, ਗੁਰੂ ਦਾ ਅਰਥ ਟੀਚਰ, ਗੁਰੂ ਦਾ ਅਰਥ ਕੋਈ ਆਚਾਰਿਆ, ਗੁਰੂ ਦਾ ਅਰਥ ਕੋਈ ਬੋਧਕ ਗਿਆਨ ਦੇਣ ਵਾਲਾ ਵੀ। ਕਿਉਂਕਿ ਭਾਰਤ ਵਿੱਚ ਗੁਰੂ ਲਫ਼ਜ਼ ਕਈ ਤਰ੍ਹਾਂ ਦੇ ਕਿੱਤਿਆਂ ਨਾਲ ਵੀ ਜੁੜਿਆ ਹੋਇਆ, ਹੁਨਰ ਸਿਖਾਉਣ ਵਾਲਿਆਂ ਨੂੰ ਵੀ ਗੁਰੂ ਕਿਹਾ ਜਾਂਦਾ ਹੈ। ਪਰ ਆਪ ਜੀ ਨੂੰ ਇੱਕ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਗੁਰੂ ਸ਼ਬਦ ਹੈ, ਕਿਉਂਕਿ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਸ਼ਗਤ ਅਰਥ ਕਿਸੇ ਲਫ਼ਜ਼ ਦਾ ਨਹੀਂ ਮਿਲੇਗਾ, ਕਿਸੇ ਸ਼ਬਦ ਦਾ ਕੋਸ਼ਗਤ ਅਰਥ ਨਹੀਂ ਮਿਲੇਗਾ, ਪਰ ਪਰਿਭਾਸ਼ਿਕ ਲਫ਼ਜ਼, ਪਰਿਭਾਸ਼ਾ ਜਿਹੜੀ ਹੈ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਮਿਲੇਗੀ। ਕੋਸ਼ਗਤ ਅਰਥ ਨਹੀਂ, ਪਰਿਭਾਸ਼ਿਕ ਅਰਥ ਮਿਲਣਗੇ। ਜਿਵੇਂ ਹੁਣ ਸਤਿਗੁਰੂ ਸ਼ਬਦ ਮੈਂ ਵਰਤਿਆ ਹੈ, ਜੇ ਇਹਦੇ ਕੋਸ਼ਗਤ ਅਰਥ ਪੜ੍ਹਾਂਗੇ ਤਾਂ ਇਹਦਾ ਅਰਥ ਇਹੀ ਹੋਵੇਗਾ ਕਿ ਸਤਿਗੁਰੂ ਦਾ ਅਰਥ ਹੈ ਸੱਚਾ ਗੁਰੂ। ਪਰ ਗੁਰੂ ਸਾਹਿਬ ਇਹਦੇ ਪਰਿਭਾਸ਼ਿਕ ਅਰਥ ਦੇਣਗੇ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਸਤਿਗੁਰੂ ਇਹਦੇ ਅਰਥ ਦੇਣਗੇ ਸਾਨੂੰ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਅੱਗੇ ਮਹਾਰਾਜ ਕਹਿੰਦੇ ਸਤਿਗੁਰ ਵਿੱਚ ਆਪ ਰਖਿਓਨ, ਕਰ ਪ੍ਰਗਟ ਆਖ ਸੁਣਾਇਆ। ਮੇਰੇ ਕਹਿਣ ਤੋਂ ਮੁਰਾਦ ਕਿ ਪਰਿਭਾਸ਼ਿਕ ਅਰਥ ਨੇ ਕਿ ਗੁਰੂ ਵਿੱਚ ਪਰਮੇਸ਼ਵਰ ਵਰਤਦਾ ਹੈ, ਗੁਰ ਪਰਮੇਸ਼ਰ ਹੈ। ਉਸ ਤੋਂ ਅੱਗੇ ਹੈ ਸਿੱਖ। ਸਿੱਖ ਕਹੋ, ਸੰਤ ਕਹੋ, ਸਾਧ ਕਹੋ, ਗੁਰਮੁਖ ਕਹੋ, ਬ੍ਰਹਮ ਗਿਆਨੀ ਕਹੋ, ਪਰ ਹੋਵੇ ਆਤਮਿਕ ਜੀਵਨ ਵਾਲਾ। ਗੁਰੂ ਗ੍ਰੰਥ ਸਾਹਿਬ ਨੇ ਸਿੱਖ ਦੀ ਬੜੀ ਸਿਫਤ ਕੀਤੀ ਹੈ। ਆਪ ਜੀ ਜਦੋਂ ਬਾਣੀ ਦਾ ਪਾਠ ਕਰਦੇ ਹੋ ਤੇ ਮਹਾਰਾਜ ਜੀ ਨੇ ਫਰਮਾਇਆ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਹ ਗੁਰਸਿੱਖ ਦੀ ਸਿਫਤ ਹੈ। ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਮਹਾਰਾਜ ਨੇ ਸਿਫਤ ਕੀਤੀ, ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇਖਮ ਪਾਪੀ ਪੀ ਗਤ ਪਾਹੇ। ਜਾਂ ਸਤਿਗੁਰੂ ਦੇ ਪਿਆਰੇ ਸਿੱਖ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਕਮਾਲ ਦੇ ਉਹਨਾਂ ਨੇ ਕਹਿਣ ਲੱਗੇ, ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਮੈਂ ਸਿੱਧੀ ਜੀ ਬਾਤ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੀ ਸਿਫਤ, ਗੁਰ ਪਰਮੇਸ਼ਵਰ ਦੀ ਸਿਫਤ ਤੇ ਕਮਾਈ ਕਰਨ ਵਾਲਾ ਜਿਹਨੇ ਨਾਮ ਸਿਮਰਨ ਅਭਿਆਸ ਗੁਰੂ ਦੀ ਮੱਤ ਅਨੁਸਾਰ ਕੀਤਾ, ਉਹਦੀ ਸਿਫਤ ਕੀਤੀ ਗਈ ਹੈ। ਇਹਨੂੰ ਥੋੜ੍ਹਾ ਜਿਹਾ ਹੋਰ ਸਿਰਫ ਸੰਖੇਪ ਜਿਹਾ ਪਿਆਰਿਓ, ਗੁਰੂ ਕੇਵਲ ਕਹਿਣ ਮਾਤਰ ਸ਼ਬਦ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਉਹ ਹੈ ਜਿਸ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਵਰਤਦੇ ਨੇ, ਤੇ ਜਿਨ੍ਹਾਂ ਦੇ ਬਚਨਾਂ ਦੀ ਛੂਹ, ਜਿਨ੍ਹਾਂ ਦੇ ਦਿੱਤੇ ਹੋਏ ਸ਼ਬਦ ਦੀ ਛੂਹ, ਜਿਨ੍ਹਾਂ ਦੀ ਸੰਗਤ ਕਰੋੜਾਂ ਜਨਮਾਂ ਦੇ ਸੁੱਕ ਚੁੱਕੇ ਹਿਰਦੇ ਨੂੰ ਨਾਮ ਰਸ ਨਾਲ ਭਰਪੂਰ ਕਰ ਦਿੰਦੀ ਹੈ। ਗੁਰੂ ਉਹ ਹੈ ਜਿਹੜੀ ਮਰ ਚੁੱਕੇ ਆਤਮਾ ਨੂੰ ਆਤਮਿਕ ਜੀਵਨ ਨਾਲ ਭਰਪੂਰ ਕਰ ਦਿੰਦੇ ਨੇ। ਉਸ ਤੋਂ ਅੱਗੇ ਹੈ ਸਿੱਖ। ਯਾਦ ਰੱਖੋ, ਸਿੱਖ ਦਾ ਅਰਥ ਕੇਵਲ ਸਟੂਡੈਂਟ ਨਾ ਕਰੀਏ, ਵਿਦਿਆਰਥੀ ਨਾ ਕਰੀਏ, ਜਾਂ ਸ਼ਿਸ਼ਿਆ ਲਫ਼ਜ਼ ਨਾ ਵਰਤੀਏ। ਪਾਰ ਬ੍ਰਹਮ ਪਰਮੇਸ਼ਵਰ ਗੁਰ ਪਰਮੇਸ਼ਵਰ ਹੋ ਕੇ ਵਰਤਦੇ ਨੇ, ਸ਼ਬਦ ਰੂਪ, ਬਾਣੀ ਰੂਪ। ਤੇ ਪਿਆਰਿਓ, ਸਿੱਖ ਉਹ ਵੇ ਜਿਹਦੇ ਅੰਦਰ ਗੁਰ ਪਰਮੇਸ਼ਵਰ ਦਾ ਸ਼ਬਦ ਪ੍ਰਕਾਸ਼ਿਤ ਹੁੰਦਾ ਹੈ, ਤੇ ਜਿੱਥੇ ਸਿੱਖ ਜਾਂਦਾ ਹੈ ਸੱਚ ਇਹ ਵੇ ਪਾਰ ਬ੍ਰਹਮ ਗੁਰ ਪਰਮੇਸ਼ਵਰ ਉਸ ਸਿੱਖ ਦੇ ਅੰਗ ਸੰਗ ਹੀ ਰਹਿੰਦਾ ਹੈ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਇਹ ਸ਼ਬਦ ਕਹੇ, ਸਿੱਖ ਦੀ ਬੜੀ ਮਹਾਨਤਾ, ਸਿੱਖ ਦੀ ਬੜੀ ਵਡਿਆਈ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਂਦੇੜ ਦੀ ਧਰਤੀ 'ਤੇ ਭਾਈ ਸਾਹਿਬ ਨੂੰ 3 ਬਚਨ ਕਹੇ। ਜਦੋਂ ਕਿਹਾ ਮਹਾਰਾਜ ਆਪ ਜੀ ਦੇ ਦੀਦਾਰ ਕਰਨੇ ਨੇ, ਹਜ਼ੂਰ ਨੇ ਫਰਮਾਇਆ, 3 ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰੂ ਸ਼ਬਦ ਕਹੂੰ ਤੋ ਇਹ ਸਮਝਾਏ।
एक निर्गुण है, दूजा सरगुण है, तीसरा गुरु शब्द। यही 3 बचन महाराज ने कहे, एक रूप त्यों गुण ते परै, नेत नेत जे निगम उचरै। एक और रूप है निर्गुण, जिदा कोई अंत नहीं पा सकता। दूसरा क्या, दूसर रूप ग्रंथ जी जान, इनो अंग मेरो करमान। दूसरा मेरा स्वरूप गुरु ग्रंथ साहब ने। तीसरा बचन सुनने वाला है, कह लगे तीसर रूप सिख है मोर, गुरबाणी रत निस अर भोर। जिहड़ा दिन रात बाणी च भिजा है, सच ये वे कि वो सिख भी मेरा अपना रूप है। मैं इस करके, क्योंकि भाई साहब जी का जिक्र करन तो पहला गुरु ग्रंथ साहब के हवाला, गुरमत के हवाले राही मैं बेनती करनी चाहना, ये तिन्नां दी सिफत है, बाणी नाम विच है, पर तिन्नां नूं वख-वख नहीं जानना। साडी मुश्किल ये वे, असी पार ब्रह्म वख जानने आ, गुरु वख जानने आ, सिख वख जानने आ, पर सतगुरां ने ऐसा नहीं किया। आप जी हजूर का एक बोल पढ़ते सुनते हो कि आत्म रस जे जान ही, सो है खालस देव, प्रभ में मोह में ताश में रंचक नाही भेद। ये शब्द सुन वाला प्रभु विच गुरु गोबिंद सिंह जी कहंदे मेरे विच ते उस सिख दे अंदर साडे तिन्नां च रंचक मात्र कोई भेद नहीं। मैं बेनती करांगा कि अज असी उस गुरसिख की गल कर लगे हाँ कि जिहड़े अति सन्मानयोग भाई साहब भाई वीर सिंह जी, जिन्हां दा जन्म 5 दसंबर सन 1872 नूं दिन वीरवार अति सन्मानयोग बाबा कान सिंह जी के सपुत्र डॉक्टर चरण सिंह जी, उन्हां दे गृह विखे सन्मानयोग ज्ञानी हजारा सिंह जी की बेटी बीबी उत्तम कौर जी, उन्हां दी कुख तो डॉक्टर चरण सिंह जी के गृह विखे इन्हां दा जन्म होया। भाई साहब ज्ञानी हजारा सिंह जी भाई साहब जी के नाना जी ने, बाबा कान सिंह जी भाई साहब जी के दादा जी ने। मैनू वो घटना बड़ी प्यारी याद है कि जो सानू लिखत विचों पढ़न नूं मिलदा है कि भाई साहब जी के दादा जी उस वक्त लाहौर सन जदों भाई साहब जी का जन्म होया, तो लाहौर जिस घर च रुके सन उन्हां नूं धर्म की भैन बनाया, तो बहुत समा उत्थे रुकते हुंदे सन। तो एक दिन की होया, अचनचेत कहन लगे असीं वापस अमृतसर साहिब जाना है। उन्होंने कहा आप जी कोई समा रुको तो सही। अगों बाबा कान सिंह जी का उत्तर सी, क्योंकि साडे घर विच एक बहुत पवित्र आत्मा आ रही है, साडे घर विच एक महात्मा आ रहा है, साडे घर विच गुरु नानक साहब जी का एक बख्शिया होया सिख आ रहा है। उन्हां दे मन च आया शायद कि कोई महात्मा साधु आना होवे, पर असल च उन्हां दा इशारा श्रीमान भाई साहब भाई वीर सिंह जी वाल सी। उन्होंने अपनी देख रेख विच भाई साहब जी नूं बाणी सुनानी। जदों भाई साहब ने बाल वरेश विच सुत्ते खोना गोदी विच लै के बाणी पढ़नी, इन्हां दे सन्मानयोग दादा जी दीयां बड़ियां वड्डियां असीसां सन। ज्ञानी हजारा सिंह नाना ने, उन्हां उत्ते भी अकाल पुरख की किरपा, वो महान विद्वान ने। डॉक्टर चरण सिंह जी आप बहुत विद्वान ने। मैं बेनती करा कि श्रीमान भाई साहब भाई वीर सिंह जी होनी, उन्होंने केवल लिखिया नहीं, कुछ को उन्हां दियां मैं उदाहरणां भी देनियां चाहना। देखो गुरु ग्रंथ साहिब की बाणी इस गल ते जोर देंदी है, उंज तां शब्द सारियां थावां ते हर वेले ही रहिंदा है, पर जे शब्द नूं असी आउण वाली पीढ़ी तक पहुँचाना है, जिवें गुरु ग्रंथ साहिब दे शब्द ने हजूर बाणी उचार दिंदे सिर्फ लिख देना, ते अज इस स्वरूप विच गुरु ग्रंथ साहिब दे दर्शन असी ना करदे। असल च की है, जो अध्यात्मक ज्ञान है उन्होंने कलम नाल लिख लेना, तो वो बहुत सदियां की रहिंदी दुनिया तक वो ज्ञान जिहड़ा है इकल्ला अध्यात्मक नहीं, कोई भी ज्ञान है जदों उन्होंने आपां लिखत दा रूप देने वो लंबेरे समय वास्ते रहिंदा है। गुरु ग्रंथ साहिब की बाणी ने लिखारियां बारे 2 गल्लां कहियां ने, मैं जरूरी करनियां चाहना। एक वो लिखारी जिहड़ा कलम पकड़दा है ते अपनी कलम नाल सच लिखदा है, परमात्मा की सिफत लिखदा है, परमात्मा के गुण लिखदा है, उन्होंने धन गुरु ग्रंथ साहिब जी का एक बचन है, धन सो कागद कलम धन,
ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਦੇਖੋ ਕਾਗਜ਼, ਉਹ ਸ਼ਾਹੀ, ਉਹ ਦਵਾਤ, ਉਹ ਕਲਮ ਧੰਤਾਯੋਗ ਹੈ ਜਿਹੜਾ ਆਪਣੀ ਕਲਮ ਦਵਾਤ ਸ਼ਾਹੀ ਦੀ ਵਰਤੋਂ ਕਰਕੇ ਕਾਗਜ਼ ਦੀ ਹਿੱਕ ਉੱਤੇ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਲਿਖਦਾ ਹੈ। ਹੁਣ ਬਾਣੀ 'ਚ ਇੱਕ ਹੋਰ ਪੱਖ ਵੀ ਹੈ। ਇੱਥੇ ਕਾਗਜ਼ ਧਨ, ਕਲਮ ਧਨ, ਸ਼ਾਹੀ ਧਨ, ਲਿਖਾਰੀ ਧਨ। ਇੱਕ ਦੂਜਾ ਵੀ ਪੱਖ ਹੈ ਕਿ ਮਹਾਰਾਜ ਨੇ ਫਰਮਾਇਆ ਕਲਮ ਜਲੋ ਸਨ ਮਸਵਾਣੀਐ, ਕਾਗਜ਼ ਵੀ ਜਲ ਜਾਓ, ਲਿਖਣ ਵਾਲਾ ਜਲ ਬਲੋ, ਜਿਨ ਲਿਖਿਆ ਦੂਜਾ ਪਾਓ। ਉਹ ਕਾਗਜ਼ ਸੜ ਕਿਉਂ ਨਾ ਜਾਏ, ਉਹ ਕਲਮ ਕਿਉਂ ਨਾ ਸੜ ਜਾਏ, ਉਹ ਲਿਖਾਰੀ ਜਿਹਨੇ ਦੂਜਾ ਭਾਵ ਲਿਖਿਆ ਹੈ। ਸੱਚ ਇਹ ਵੇ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਦੀ ਜਿਹੜੀ ਲਿਖਤ ਹੈ ਉਹ ਕੇਵਲ ਅੱਖਰ ਨਹੀਂ, ਉਹਨਾਂ ਦੀ ਲਿਖਤ ਚਾਹੇ ਵਾਰਤਕ ਹੈ, ਚਾਹੇ ਉਹ ਕਾਵਿਕ ਹੈ, ਭਾਵੇਂ ਆਮ ਕੋਈ ਲੇਖ ਲਿਖਦੇ ਆ, ਅਸਲ 'ਚ ਭਾਈ ਸਾਹਿਬ ਜੀ ਨੇ ਆਪਣੀਆਂ ਲਿਖਤਾਂ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਆਖਿਆ ਹੀ ਕੀਤੀ। ਭਾਵੇਂ ਉਹ ਗੁਰਬਾਣੀ ਦਾ ਟੀਕਾ ਕਰ ਰਹੇ ਨੇ, ਭਾਵੇਂ ਉਹ ਕਲਗੀਧਰ ਚਮਤਕਾਰ ਲਿਖ ਰਹੇ, ਭਾਵੇਂ ਉਹਨਾਂ ਦਾ ਗੁਰੂ ਨਾਨਕ ਚਮਤਕਾਰ ਹੈ, ਭਾਵੇਂ ਬਾਬਾ ਨੋਧ ਸਿੰਘ ਹੈ, ਭਾਵੇਂ ਉਹਨਾਂ ਦਾ ਸੰਤ ਬਿਮਲਾ ਸਿੰਘ ਹੈ, ਭਾਵੇਂ ਉਹਨਾਂ ਦਾ ਮਹਾਂਕਾਵ ਰਾਣਾ ਸੂਰਤ ਸਿੰਘ ਹੈ। ਉਹਨਾਂ ਦੀ ਕਵਿਤਾ ਪੜ੍ਹੋ, ਉਹਨਾਂ ਦਾ ਵਾਰਤਕ ਪੜ੍ਹੋ, ਉਹਨਾਂ ਦਾ ਇਤਿਹਾਸ ਪੜ੍ਹੋ ਲਿਖਿਆ, ਉਹਨਾਂ ਦੇ ਕੀਤੇ ਹੋਏ ਗੁਰਬਾਣੀ ਦੇ ਅਰਥ ਪੜ੍ਹੋ, ਕਿਉਂਕਿ ਭਾਈ ਸਾਹਿਬ ਜੀ ਦੇ ਅਰਥ ਜੋ ਕੀਤੇ ਹੋਏ ਨੇ ਬਾਣੀ ਦੇ, ਗੁਰੂ ਗ੍ਰੰਥ ਸਾਹਿਬ ਦੇ ਜੋ ਅਰਥ ਉਹਨਾਂ ਨੇ ਕੀਤੇ, ਉਹਦੇ ਪੜ੍ਹਨ ਵਾਸਤੇ ਲਤੀਫ ਅਕਲ ਚਾਹੀਦੀ ਹੈ। ਉਸ ਪੜ੍ਹਨ ਵਾਸਤੇ ਸੁਰਤ ਦੀ ਨਿਰਮਲਤਾ ਹੀ ਚਾਹੀਦੀ ਹੈ। ਉਹਦੇ ਪੜ੍ਹਨ ਵਾਸਤੇ ਦਵੀ ਦਵੈਸ਼ ਤੋਂ ਉੱਪਰ ਉੱਠਣਾ ਪੈਂਦਾ ਹੈ, ਕਿਉਂਕਿ ਜਿਹੜਾ ਬੰਦਾ ਸੁਰਤ ਦਾ ਮੈਲਾ ਹੈ, ਖਿਮਾ ਕਰਿਓ, ਸ਼ਾਇਦ ਇਹਨੂੰ ਭਾਈ ਸਾਹਿਬ ਜੀ ਦੀਆਂ ਰਮਜ਼ਾਂ ਦੀ ਸਮਝ ਨਹੀਂ ਪਏਗੀ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਦੀ ਬਹੁਤ ਵੱਡੀ ਸਾਨੂੰ ਦੇਣ ਹੈ। ਜਿੱਥੇ ਉਹ ਕਵੀ ਨੇ, ਜਿੱਥੇ ਉਹ ਵਾਰਤਕ ਲਿਖਦੇ ਨੇ, ਜਿੱਥੇ ਉਹ ਨਾਵਲ ਲਿਖਦੇ ਨੇ, ਜਿੱਥੇ ਉਹ ਕਵਿਤਾ ਲਿਖਦੇ ਨੇ, ਮਹਾਂਕਾਵ ਲਿਖਦੇ ਨੇ, ਪਿਆਰਿਓ, ਸਭ ਤੋਂ ਉੱਤਮ ਗੱਲ ਇਹ ਹੈ ਕਿ ਭਾਈ ਵੀਰ ਸਿੰਘ ਲਿਖਾਰੀ ਨੇ ਜਿੱਥੇ, ਉੱਥੇ ਭਾਈ ਸਾਹਿਬ ਜੀ ਗੁਰੂ ਨਾਨਕ ਸਾਹਿਬ ਦੀ ਅਸੀਸ ਨਾਲ, ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਨਾਲ, ਸੱਚ ਇਹ ਵੇ ਉਹ ਗੁਰਮਤ ਨਾਲ ਭਿੱਜੇ ਹੋਏ ਨੇ। ਉਹਨਾਂ ਦੇ ਧੁਰ ਅੰਦਰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦੀ ਰਹਿਮਤ ਵਰਦੀ ਹੈ। ਮੈਂ ਕੁਝ ਕੁ ਉਦਾਹਰਨਾਂ ਦੇਣੀਆਂ ਚਾਹਾਂਗਾ। ਉਹਨਾਂ ਨੇ ਸਾਰੀ ਜ਼ਿੰਦਗੀ ਕਿੰਨਾ ਕੁ ਸਟੇਜ 'ਤੇ ਬੋਲੇ। ਜਿਸ ਵਕਤ ਉਹਨਾਂ ਨੂੰ ਅਵਾਰਡ ਵੀ ਮਿਲਦਾ ਬੰਬੇ, ਜਦੋਂ ਕਿਹਾ ਜਾਂਦਾ ਸੰਗਤ ਵਿੱਚ ਬੋਲੋ, ਇੰਨੀ ਨਿਰਮਾਣਤਾ, ਉਹ ਇੱਕੋ ਗੱਲ ਹੀ ਕਹਿੰਦੇ ਆ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਐਡੀ ਨਿਮਰਤਾ ਹੈ। ਹੁਣ ਉਹਨਾਂ ਦੀ ਛੂਹ ਨੇ, ਉਹਨਾਂ ਦੀ ਲਿਖਤ ਨੇ, ਅਤੇ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ ਅੱਜ ਵਿਚਾਰ ਕਰ ਰਿਹਾ। ਮੈਨੂੰ ਅਨੇਕਾਂ ਸੰਗਤਾਂ ਮਿਲਦੀਆਂ ਨੇ ਜਿਹੜੀਆਂ ਭਾਈ ਸਾਹਿਬ ਦੀਆਂ ਲਿਖਤਾਂ ਪੜ੍ਹ ਕੇ ਸੱਚਮੁੱਚ ਅੰਦਰੋਂ ਇੰਨੇ ਕੁ ਭਿੱਜ ਗਏ ਆ। ਲਿਖਿਆ ਭਾਈ ਸਾਹਿਬ ਨੇ ਵੇਂ, ਅਸੀਂ ਸਿਰਫ ਪ੍ਰੇਰਨਾ ਦਿੰਦੇ ਹਾਂ। ਉਹ ਦੱਸਦੇ ਨੇ ਕਿ ਜਿਸ ਦਿਨ ਦੇ ਭਾਈ ਸਾਹਿਬ ਜੀ ਨੂੰ ਪੜ੍ਹਨ ਲੱਗਿਆਂ ਸਾਰਾ ਜੀਵਨ ਹੀ ਪਲਟ ਗਿਆ। ਮੈਂ ਇੱਕ ਦੋ ਉਦਾਹਰਨਾਂ ਦੇਣੀਆਂ ਚਾਹਾਂਗਾ। ਖਾਸ ਕਰਕੇ ਮੇਰਾ ਦਿਲ ਕਰਦਾ ਸੀ ਮੈਂ ਪ੍ਰੋਫੈਸਰ ਪੂਰਨ ਸਿੰਘ ਜੀ ਹੋਣਾ ਦਾ ਜ਼ਿਕਰ ਜ਼ਰੂਰ ਕਰਾਂ, ਕਿਉਂਕਿ ਸ਼੍ਰੀਮਾਨ ਭਾਈ ਵੀਰ ਸਿੰਘ ਜੀ ਹੋਣਾ ਨੇ ਕਿੰਨੇ ਇਨਸਾਨ ਨੇ ਜਿਨ੍ਹਾਂ ਦੇ ਅੰਦਰ ਨੂੰ ਤਬਦੀਲ ਕਰਕੇ ਰੱਖ ਦਿੱਤਾ। ਅਤੇ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਹੈ ਉਹ ਭਾਈ ਸਾਹਿਬ ਜੀ ਨਾਮ ਸਿਮਰਨ ਇਖਲਾਕ 'ਤੇ ਦਿੰਦੇ ਆ। ਉਹਨਾਂ ਦਾ ਸੁੰਦਰੀ ਨਾਵਲ, ਉਹਨਾਂ ਦਾ ਵਿਜੈ ਸਿੰਘ ਨਾਵਲ, ਪਿਆਰਿਓ, ਮੁੱਦਤ ਬੀਤਣ ਤੋਂ ਬਾਅਦ, ਕਈ ਦਹਾਕੇ ਬੀਤਣ ਤੋਂ ਬਾਅਦ, ਅੱਜ ਵੀ ਜਦੋਂ ਉਹਨਾਂ ਨੂੰ ਅਸੀਂ ਪੜ੍ਹਦੇ ਹਾਂ ਅਤੇ ਸਾਡੇ ਅੰਦਰ ਉਹ ਜੋਸ਼, ਉਹ ਸਿੱਖੀ ਦਾ ਸਪਿਰਿਟ, ਜਿਹੜੀ ਸਿੱਖੀ ਦੀ, ਇੱਕੋ ਦਮ ਪੈਦਾ ਹੋ ਜਾਂਦੀ ਹੈ। ਕਿਉਂਕਿ ਭਾਈ ਸਾਹਿਬ ਜੀ ਉਹਨਾਂ ਦੀ ਰਚਨਾ ਵਿੱਚ ਉਹ ਕੋਈ ਗੱਲ ਵੀ ਕਰਨਗੇ, ਰੂਹਾਨੀਅਤ ਨੂੰ ਅੱਖੋਂ ਪਰੋਖੇ ਕਰਕੇ ਨਹੀਂ ਕਰਨਗੇ। ਸਿੱਧੀ ਜੀ ਗੱਲ ਜੇ ਪੁੱਛੋ ਜੀ ਉਹਨਾਂ ਨੂੰ ਵੀ ਨਾਮ ਦੇ ਬਾਰੇ, ਮੈਂ ਕਹਾਂਗਾ ਉਹ 5-6 ਗੱਲਾਂ ਕਰਨਗੇ ਵਾਰ-ਵਾਰ। ਪਹਿਲੀ ਗੱਲ ਕਹਿਣਗੇ ਕਿ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਜਪੋ, ਆਪਣੀ ਰਸਨਾ ਨਾਲ ਮੂਲ ਮੰਤਰ ਦਾ ਪਾਠ ਕਰੋ, ਗੁਰਬਾਣੀ ਦਾ ਸਹਿਜ ਪਾਠ ਕਰੋ, ਸੁਖਮਨੀ ਸਾਹਿਬ ਜੀ ਦੀਆਂ 4-4 ਅਸ਼ਟਪਦੀਆਂ, 2-2 ਅਸ਼ਟਪਦੀਆਂ, ਇੱਥੋਂ ਤੱਕ ਪ੍ਰੇਰਨਾ ਦੇਣਗੇ। ਫਿਰ ਉਹ ਬੜੀ ਸੁੰਦਰ ਗੱਲ ਜੀ, ਮੈਂ ਕਹਿੰਦਾ ਉਹਨੇ 5 ਗੱਲਾਂ 4 ਜਿਹੜੀਆਂ ਨੇ, ਸਭ ਤੋਂ ਪਹਿਲਾਂ ਜਦੋਂ ਨਾਮ ਦੀ ਵਿਆਖਿਆ ਕਰਨਗੇ, ਕਹਿਣਗੇ ਜਗਿਆਸੂ ਜੀ, ਪਿਆਰੇ ਜੀਓ, ਨਾਮ ਜਪੋਗੇ ਅਤੇ ਸਭ ਤੋਂ ਪਹਿਲਾਂ ਨਾਮ ਅੰਦਰ ਦੀ ਮੈਲ ਨੂੰ ਧੋਵੇਗਾ।
ਫਿਰ ਕਹਿਣਗੇ ਕਾਹਲੇ ਨਾ ਪਿਓ, ਨਾਮ ਛੱਡਿਓ ਨਾ, ਲੱਗੇ ਰਹੋਗੇ ਤੇ ਬਹੁਤ ਕੁਝ ਮਿਲੇਗਾ। ਜਿਵੇਂ ਭਾਈ ਸਾਹਿਬ ਜੀ ਦੀਆਂ ਪੱਤਰਕਾਵਾਂ ਚਿੱਠੀਆਂ ਵਿੱਚੋਂ ਵੀ ਮਿਲਦਾ ਹੈ, ਲੱਗਾ ਰਹੇ ਤੇ ਲੱਗਾ ਰਹੋ, ਹਰਦਮ ਕਦੇ ਨਾ ਛੋੜ, ਲੱਗਾ ਰਹੇ ਤੇ ਲੱਖ ਦਾ ਹਟੇ ਤਾਂ ਕੌਡੀ ਮੋੜ। ਛੱਡਣਾ ਨਹੀਂ। ਕਹਿੰਦੇ ਨੇ ਮਨ ਨਾ ਵੀ ਲੱਗੇ, ਕਦੀ ਅਭਿਆਸ ਨਹੀਂ ਛੱਡੀਦਾ। ਜਿਵੇਂ ਉਹਨਾਂ ਦੀ ਇੱਕ ਉਦਾਹਰਨ ਮੈਨੂੰ ਬੜੀ ਚੰਗੀ ਲੱਗਦੀ ਹੈ ਕਿ ਬਿਜਲੀ ਦੇ ਖੰਭੇ ਨਾਲ ਤਾਰ ਦਾ ਕੇਬਲ ਦਾ ਕਨੈਕਸ਼ਨ ਹੈ। ਜੇ ਬਿਜਲੀ ਨਾ ਵੀ ਹੋਵੇ ਤੇ ਖੰਭੇ ਤੋਂ ਕਨੈਕਸ਼ਨ ਨਹੀਂ ਕੱਟੀਦਾ ਹੁੰਦਾ, ਕਿਉਂਕਿ ਜੇ ਕਨੈਕਸ਼ਨ ਕੱਟਿਆ ਜਾਏਗਾ ਬਿਜਲੀ ਆਏਗੀ, ਤੇਰੇ ਘਰ ਚਾਨਣ ਨਹੀਂ ਰਹਿਣਾ, ਕਿਉਂਕਿ ਤੂੰ ਕਨੈਕਸ਼ਨ ਕੱਟ ਚੁੱਕਾ ਹੈ। ਤੇਰੇ ਅੰਦਰ ਜੇ ਪ੍ਰਕਾਸ਼ ਤੇ ਰਸ ਨਹੀਂ। ਪਰ ਪਿਆਰਿਆ, ਕਦੀ ਆਪਣੀ ਜ਼ਿੰਦਗੀ 'ਚ ਰੂਹਾਨੀਅਤ ਦਾ ਨੇਮ ਨਾ ਛੱਡੀ। ਜੇ ਕਨੈਕਸ਼ਨ ਟੁੱਟ ਜਾਣਗੇ ਤੇ ਘਰ ਦੀ ਲਾਈਟ ਨਹੀਂ ਬਲਣੀ। ਕਿੱਡੀ ਸੋਹਣੀ ਗੱਲ ਕਹਿੰਦੇ ਆ। ਪਹਿਲੀ ਗੱਲ ਉਹ ਬਚਨ ਕਰਦੇ ਆ ਕਿ ਤੁਸੀਂ ਨਾਮ ਜਪੋ, ਅੰਦਰ ਦੀ ਮੈਲ ਜਾਏਗੀ। ਦੂਜਾ ਬਚਨ ਕਰਦੇ ਆ ਜਦੋਂ ਮੈਲ ਚਲਿਆ ਹੈ, ਤਾਂ ਸਾਰੀ ਗੁਰਬਾਣੀ ਦੀ ਵਿਆਖਿਆ ਨਾ, ਉਹ ਕਹਿੰਦੇ ਨੇ ਜੇ ਮੈਲ ਜਾਏਗੀ ਮਨ ਟਿਕ ਜਾਏਗਾ। ਤੀਸਰੀ ਅਵਸਥਾ ਆਵੇਗੀ, ਅੰਦਰ ਨਾਮ ਦਾ ਰਸ ਆਉਣ ਲੱਗ ਪਏਗਾ। ਚੌਥੀ ਅਵਸਥਾ ਆਏਗੀ, ਜ਼ਬਾਨ ਚੁੱਪ ਹੋ ਜਾਏਗੀ, ਰੋਮ ਰੋਮ ਵਿੱਚ ਨਾਮ ਚੱਲਣ ਲੱਗ ਪਏਗਾ। ਪੰਜਵੀਂ ਅਵਸਥਾ ਆਏਗੀ, ਤੁਸੀਂ ਚੱਲੋਗੇ, ਫਿਰੋਗੇ, ਤੁਰੋਗੇ, ਬੈਠੋਗੇ, ਉੱਠੋਗੇ, ਜਿਸ ਪਾਸੇ ਜਾਓਗੇ ਹਰ ਪਾਸੇ ਵਾਹਿਗੁਰੂ ਜੀ ਦਾ ਨਾਮ ਹੀ ਸੁਣਾਈ ਦੇਗਾ। ਭਾਈ ਸਾਹਿਬ ਜੀ ਨੇ ਸਿੱਧੀਆਂ ਜੀਆਂ ਗੱਲਾਂ ਸਾਨੂੰ ਇਹ ਸਮਝਾਈਆਂ। ਅਤੇ ਮੈਨੂੰ ਯਾਦ ਨੇ ਖਾਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਜੀ ਉਹਨਾਂ ਦੀ ਘਟਨਾ। ਆਪ ਸਾਰੇ ਪੜ੍ਹੇ ਲਿਖੇ ਸੱਜਣ ਸਮਝਦੇ ਹੋ ਕਿ ਭਾਈ ਸਾਹਿਬ ਜੀ, ਇਹ ਪ੍ਰੋਫੈਸਰ ਸਾਹਿਬ ਜੀ ਜਾਪਾਨ ਜਾਂਦੇ ਆ। ਪੂਰਨ ਸਿੰਘ ਜੀ ਹੋਣੀ ਗੁਰਸਿੱਖਾਂ ਦੇ ਪਰਿਵਾਰ 'ਚ ਪੈਦਾ ਹੋਏ। ਬੜੀ ਸੰਖੇਪ ਜੀ ਗੱਲ। ਉੱਥੇ ਪਹੁੰਚਦੇ ਆ, ਬੋਧੀ ਬਣ ਗਏ, ਫਿਰ ਵਿਦਾਂਤੀ ਬਣ ਗਏ। ਵਾਪਸ ਆਉਂਦੇ ਆ, ਸ਼ਾਦੀ ਵੀ ਹੋ ਜਾਂਦੀ ਹੈ, ਪਰ ਭਗਵੇਂ ਬਸਤਰ ਪਾ ਕੇ ਰੱਖਦੇ ਆ। ਮੈਨੂੰ ਯਾਦ ਹੈ 1912 ਜੋ ਲਿਖਿਆ ਮਿਲਦਾ ਹੈ, ਸਨ 1912 ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਰਾਜ ਉਹ ਸਟੇਜ ਦੇ ਉੱਪਰ ਸ਼ੋਭਾਏਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ। ਪ੍ਰੋਫੈਸਰ ਪੂਰਨ ਸਿੰਘ ਜੀ ਬੋਲਣ ਵਾਸਤੇ ਆਉਂਦੇ ਆ। ਉਹ ਇੰਨੇ ਕਮਾਲ ਦਾ ਬੋਲਦੇ ਆ ਕਿ ਭਾਈ ਸਾਹਿਬ ਜਿਉਂ-ਜਿਉਂ ਉਹਨਾਂ ਨੂੰ ਸੁਣਦੇ ਆ ਤੇ ਉਹ ਗਦਗਦ ਹੋਈ ਜਾਂਦੇ ਆ। ਭਾਈ ਸਾਹਿਬ ਜੀ, ਮੈਂ ਕਹਾਂ ਉਹਨਾਂ ਨੂੰ ਸੁਣਦਿਆਂ ਆਪਣੀ ਧੁਰ ਅੰਤਰ ਆਤਮੇ ਤੋਂ ਅਸੀਸਾਂ ਦੇਈ ਜਾਂਦੇ ਆ। ਜਦੋਂ ਉਹਨਾਂ ਦਾ ਵਿਖਿਆਨ ਸਮਾਪਤ ਹੁੰਦਾ ਹੈ, ਇੱਕ ਪਤਵੰਤਾ ਸੱਜਣ ਪੂਰਨ ਸਿੰਘ ਜੀ ਦਾ ਹੱਥ ਪਕੜਦਾ ਤੇ ਉਹਨਾਂ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਹੱਥ ਵਿੱਚ ਹੱਥ ਪਕੜਾ ਦਿੰਦਾ ਹੈ। ਭਾਈ ਸਾਹਿਬ ਕੰਡ 'ਤੇ ਥਾਪੜਾ ਦਿੰਦੇ ਆ। ਭਾਈ ਸਾਹਿਬ ਆਪਣੀ ਗਲਵਕੜੀ 'ਚ ਲੈ ਲੈਂਦੇ ਆ ਅਤੇ ਉਹ ਇੰਝ ਮਹਿਸੂਸ ਕਰਦੇ ਨੇ ਪੂਰਨ ਸਿੰਘ ਹੁਣੀ ਕਿ ਜਿਵੇਂ ਮੈਂ ਕਿਸੇ ਅਕਹਿ ਸੁੱਖ ਵਿੱਚ ਚਲਾ ਗਿਆ ਹਾਂ। ਉਹਨਾਂ ਦੇ ਸਿਰ 'ਤੇ ਹੱਥ ਰੱਖ ਫੇਰਦੇ ਆ। ਆਹ ਸ਼ਬਦ ਸੁਣਨ ਵਾਲੇ ਨੇ ਸਟੇਜ 'ਤੇ ਬੜੀ ਮਿੱਠੀ ਆਵਾਜ਼ ਵਿੱਚ ਕਹਿੰਦੇ ਆ ਕਿ ਕੇਸ ਇੰਨੇ ਕੋਮਲ ਨੇ ਤੁਹਾਡੇ। ਦੇਖੋ ਇਸ਼ਾਰਾ ਕੀ, ਕਿਉਂਕਿ ਉਹ ਪਤਿਤ ਨੇ। ਭਾਈ ਸਾਹਿਬ ਜੀ ਸਮਝਾਉਣ ਦਾ ਤਰੀਕਾ ਦੇਖੋ। ਉਹ ਅਗਿਆਨਤਾ ਵਸ ਕੱਟੜਵਾਦ ਨੂੰ ਸਵੀਕਾਰ ਨਹੀਂ ਕਰਦੇ। ਉਹਨਾਂ ਦਾ ਹਿਰਦਾ ਬੜਾ ਵਿਸ਼ਾਲ ਹੈ। ਉਹਨਾਂ ਨੇ ਇਹ ਨਹੀਂ ਕਿਹਾ ਤੁਸੀਂ ਕੇਸ ਕਿਉਂ ਕੱਟਦੇ ਹੋ। ਲਫ਼ਜ਼ ਕੀ ਕਿਹਾ, ਸ਼ਬਦ ਕੀ ਵਰਤੇ, ਤੁਹਾਡੇ ਕੇਸ ਬੜੇ ਕੋਮਲ ਨੇ। ਪੂਰਨ ਸਿੰਘ ਦੀਆਂ ਅੱਖਾਂ 'ਚ ਨੀਰ ਆ ਗਿਆ, ਨੇਤਰ ਨਮ ਹੋ ਗਏ। ਪੂਰਨ ਸਿੰਘ ਉਹਨਾਂ ਨੇ ਉੱਥੇ ਸੰਗਤ ਕੀਤੀ। ਪਿਆਰਿਓ, ਰਾਤ ਭਰ ਵਿਚਾਰ ਕਰਦੇ ਰਹੇ। ਅਖੀਰ 'ਤੇ ਭਾਈ ਸਾਹਿਬ ਜੀ ਤੋਂ ਉਹਨਾਂ ਨੇ ਸਿਰ 'ਤੇ ਸਜਾਉਣ ਵਾਸਤੇ ਬਸਤਰ ਦਸਤਾਰ ਮੰਗ ਲਈ। ਗੋਲ ਦਸਤਾਰ ਉਹਨਾਂ ਸਿਰ 'ਤੇ ਬੰਨੀ। ਉਹਨਾਂ ਦੇ ਅੰਦਰ ਇੱਕ ਛੂਹ ਚਲੀ ਗਈ। ਇਹਨੂੰ ਮੈਂ ਕਹਾਂਗਾ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਇਹ ਹੈ ਸਤ ਸੰਗਤ ਦੀ ਪਾਰਸ ਕਲਾ। ਕਿੰਨਾ ਕੁ ਸਮਾਂ ਲੱਗਾ। ਉਹ ਵਿਦਵਾਨ ਨੇ, ਬਾਹਰੋਂ ਪੜ੍ਹ ਕੇ ਆਏ। ਭਾਈ ਸਾਹਿਬ ਦੀ ਇੱਕ ਛੂਹ ਨੇ ਸਭ ਕੁਝ ਤਬਦੀਲ ਕਰ ਦਿੱਤਾ। ਦੇਹਰਾਦੂਨ ਚਲੇ ਗਏ। ਉਹਨਾਂ ਦੇ ਇਉਂ ਕਹਿ ਲਾਂ, ਚਲੋ ਲਫ਼ਜ਼ ਨਹੀਂ ਮੈਨੂੰ ਕਹਿਣੇ ਚਾਹੀਦੇ, ਇੱਕ ਉਹਨਾਂ ਨੇ ਕੇਸ ਕੱਟਣ ਵਾਲਾ ਜਾਂ ਸ਼ੇਵ ਕਰਨ ਵਾਲਾ ਬੰਦਾ ਸੀ, ਉਹ ਬੁਲਾਉਂਦੇ ਹੁੰਦੇ ਸਨ। ਅੱਜ ਜਦੋਂ ਪਹੁੰਚੇ, ਸਿਰ ਦੇ ਉੱਤੇ ਦਸਤਾਰ ਸੀ ਬੰਨੀ ਗੋਲ, ਅਤੇ ਉਹ ਆਦਮੀ ਆਇਆ ਜਿਹੜਾ ਕੇਸ ਕੱਟਦਾ ਸੀ। ਭਾਈ ਸਾਹਿਬ ਜੀ ਦੀ ਛੂਹ ਮਾਨਣ ਤੋਂ ਬਾਅਦ ਪੂਰਨ ਸਿੰਘ ਉਹਨਾਂ ਨੇ ਉਸ ਬੰਦੇ ਨੂੰ ਜਿਹੜੀ ਗੱਲ ਕਹੀ ਉਹ ਸੁਣਨ ਵਾਲੀ ਹੈ। ਭਾਈ ਸਾਹਿਬ ਜੀ ਨੇ ਇੰਨਾ ਹੀ ਕਿਹਾ ਸੀ ਕਿ ਕੇਸ ਬੜੇ ਤੁਹਾਡੇ ਕੋਮਲ ਨੇ। ਅਤੇ ਜਦੋਂ ਪੂਰਨ ਸਿੰਘ ਜੀ ਕੋਲ ਦੇਹਰਾਦੂਨ ਉਹ ਕੇਸ ਜੋ ਉਹਨਾਂ ਦੇ
ਪ੍ਰੋਫੈਸਰ ਪੂਰਨ ਸਿੰਘ ਜੀ ਹੁਣੀ ਅੰਮ੍ਰਿਤ ਛਕਣ ਵਾਸਤੇ ਬਹੁਤ ਉਤਾਵਲੇ ਸਨ। ਉਹਨਾਂ ਨੇ ਫਿਰ ਇੱਕ ਚਿੱਠੀ ਲਿਖੀ ਭਾਈ ਸਾਹਿਬ ਜੀ ਨੂੰ। ਉਸ ਵਿੱਚ ਉਹਨਾਂ ਦੇ ਲਫ਼ਜ਼ ਇੰਨੇ ਭਾਵਪੂਰਤ ਨੇ, ਬੇਟੀ ਸੋਈ ਸੋਈ ਝੱਟ ਜਾਗਦੀ, ਆਪਣੇ ਬਾਬਲ ਪਾਸੋਂ ਕੁਛ ਮੰਗਦੀ, ਮੇਰਾ ਡਾਢਾ ਜੀਉੜਾ ਅਤਾਵਲਾ, ਮੇਰਾ ਕਾਜ ਰਜਾਈ ਬਾਬਲਾ। ਇਹਦਾ ਮਤਲਬ ਸੀ ਮੈਨੂੰ ਅੰਮ੍ਰਿਤ ਦੀ ਦਾਤ ਮਿਲੀ। ਸੱਚ ਇਹ ਵੇ ਸਵਾਮੀ ਪੂਰਨ ਤੋਂ ਪ੍ਰੋਫੈਸਰ ਪੂਰਨ ਸਿੰਘ ਬਣ ਗਏ। 1 ਸਾਲ ਬਾਅਦ ਸਿੱਖ ਐਜੂਕੇਸ਼ਨ ਕਾਨਫਰੰਸ 'ਚ ਅੰਬਾਲੇ ਆਏ। ਭਾਈ ਸਾਹਿਬ ਜੀ ਬੈਠੇ ਸਨ। ਸੱਚ ਇਹ ਵੇ ਉਹ ਏਡੇ ਵੀਰ ਰਸ ਵਿੱਚ ਜਲਾਲ ਵਿੱਚ ਬੋਲੇ। ਉਹ ਸਾਹਮਣੇ ਦੇਖੋ ਗੁਰੂ ਗੋਬਿੰਦ ਸਿੰਘ ਨੀਲੇ ਦਾ ਸ਼ਾਹ ਸਵਾਰ ਆ ਰਿਹਾ, 5 ਪਿਆਰੇ ਉਹਦੇ ਨਾਲ ਨੇ। ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਉੱਤੇ ਚਿੱਟਾ ਬਾਜ ਹੈ, ਦੇਖੋ ਉਹ ਰਹਿਮਤਾਂ ਵਰਸਾ ਰਹੇ ਨੇ। ਜਦੋਂ ਪੂਰਨ ਸਿੰਘ ਜੀ ਕਹਿ ਰਹੇ ਸਨ, ਅੰਦਰ ਵਲਵਲਾ ਉੱਠਿਆ। ਖਿਆਲ ਆਇਆ ਵੀ ਜਿਹਨੇ ਮੇਰਾ ਜੀਵਨ ਪਲਟਿਆ ਉਹਦਾ ਜ਼ਿਕਰ। ਉੱਥੇ ਉਹਨਾਂ ਨੇ ਸੂਫੀ ਸ਼ਾਇਰ ਸੁਲਤਾਨ ਬਾਹੂ ਦੀ ਰਚਨਾ ਨੂੰ ਥੋੜ੍ਹਾ ਜਿਹਾ ਬਦਲ ਕੇ ਉੱਥੇ ਜਿਹੜੇ ਉਹਨਾਂ ਨੇ ਕਿਹਾ ਉਹ ਸੁਣਨ ਵਾਲੇ ਨੇ। ਉਹ ਸ਼ਬਦ ਸਨ, ਵਾਹਿਗੁਰੂ ਚੰਬੇ ਦੀ ਬੂਟੀ, ਮਨ ਮੇਰੇ ਵਿੱਚ ਗੁਰਮੁਖ ਲਾਈ ਹੋ, ਆਬੇ ਹਯਾਤ ਦਾ ਪਾਣੀ ਮਿਲਿਆ, ਨਹਿਰ ਅਰਸ਼ ਤੋਂ ਆਈ ਹੋ, ਅੰਦਰ ਬੂਟੀ ਮੁਸ਼ਕ ਮਚਾਇਆ, ਜਦ ਫੁੱਲਣ ਤੇ ਆਈ ਹੋ, ਜੁਗ ਜੁਗ ਜੀਵੇ ਇਹ ਗੁਰਮੁਖ ਬਾਬਲ, ਜਿਨ ਇਹ ਬੂਟੀ ਲਾਈ ਹੋ। ਜਦੋਂ ਕਿਹਾ ਜੁਗ ਜੁਗ ਜੀਵੇ ਇਹ ਗੁਰਮੁਖ ਬਾਬਲ, ਜਿਨੇ ਬੂਟੀ ਲਾਈ ਹੋ, ਇਸ਼ਾਰਾ ਉਹਨਾਂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੱਲ ਕੀਤਾ। ਮੈਂ ਅਰਜ਼ ਕਰਾਂ ਕਿ ਭਾਈ ਸਾਹਿਬ ਜੀ ਨੇ ਅਨੇਕਾਂ ਨੂੰ ਜੀਵਨ ਛੂਹ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ। ਉਹਨਾਂ ਦੀਆਂ ਰਚਨਾਵਾਂ ਜਦੋਂ ਅਸੀਂ ਪੜ੍ਹਦੇ ਹਾਂ, ਅੱਜ ਵੀ ਤੁਸੀਂ ਦੇਖੋ, ਮੇਰੇ ਮਨ ਸੀ ਕਿ ਹਰ ਇੱਕ ਦੀ ਜਿਹੜਾ ਪੰਜਾਬੀ ਸਾਹਿਤ ਨੂੰ ਪਿਆਰ ਕਰਦਾ ਉਹਦੀ ਜ਼ੁਬਾਨ 'ਤੇ ਹੈ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ। ਇੱਛਾ ਬਲ ਦੇ ਸੰਬੰਧ ਵਿੱਚ ਲਿਖੀ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਈ ਸਾਹਿਬ ਜੀ ਦੀਆਂ ਰਚਨਾਵਾਂ ਪੜ੍ਹ ਕੇ ਮੇਰੇ ਮਨ 'ਚ ਆਇਆ, ਇੱਕ ਰਾਤ ਮੈਂ ਜਿੱਥੇ ਇੱਛਾ ਬਲ ਦਾ ਚਸ਼ਮਾ ਚੱਲਦਾ ਹੈ, ਮੈਂ ਕਸ਼ਮੀਰ ਉੱਥੇ ਇੱਕ ਰਾਤ ਰਹਿ ਕੇ ਆਇਆ ਸਾਂ। ਇਸ ਕਰਕੇ ਮੈਂ ਉਹਦੀ ਆਵਾਜ਼ ਰਾਤ ਸੁਣਨੀ ਚਾਹੁੰਦਾ ਸਾਂ। ਉਸ 'ਤੇ ਆਵਾਜ਼ ਮੈਂ ਸੁਣੀ। ਭਾਈ ਸਾਹਿਬ ਦੀਆਂ ਰਚਨਾਵਾਂ ਕਵਿਤਾ ਹੈ, ਵਾਰਤਕ ਹੈ, ਟੀਕਾਕਾਰੀ ਹੈ, ਨਾਵਲ ਨੇ। ਮੈਂ ਕਹਿੰਦਾ ਵੀ ਸਾਡੇ ਕੋਲ ਇੰਨੀ ਸਮਰੱਥਾ ਹੀ ਨਹੀਂ ਕਿ ਭਾਈ ਸਾਹਿਬ ਜੋ ਕੋਈ ਸਾਡੀ ਝੋਲੀ 'ਚ ਪਾ ਚੁੱਕੇ ਆ ਨਾ, ਅਸੀਂ ਉਹਨੂੰ ਮੁਕੰਮਲ ਬਿਆਨ ਕਰ ਸਕੀਏ। ਭਾਈ ਸਾਹਿਬ ਜੀ ਨਿਮਰਤਾ ਦੇ ਪੁੰਜ। ਦੇਖੋ ਜਦੋਂ ਕੋਈ ਫੋਕਾ ਗਿਆਨ ਝਾੜਦਾ ਜੀਵਨ ਤੋਂ ਬਿਨਾਂ, ਭਾਈ ਸਾਹਿਬ ਉਹਦੇ ਬਾਰੇ ਇੱਕ ਵਚਨ ਕਹਿੰਦੇ। ਉਹਨਾਂ ਦੀ ਇੱਕ ਕਵਿਤਾ ਹੈ ਗਿਆਨ ਅਗਿਆਨ। ਉਹ 'ਚੋਂ ਕਹਿੰਦੇ ਨੇ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਝ ਨਾਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ। ਇਸ ਗਿਆਨ ਨਾਲੋਂ ਅਗਿਆਨ ਚੰਗਾ, ਲਗਾਤਾਰ ਜੇ ਧਿਆਨ ਲਗਾ ਦਿੱਤਾ। ਮੈਂ ਇੱਕੋ ਗੱਲ ਕਹਾਂਗਾ, ਖਾਲਸਾ ਜੀ ਪੂਰਨ ਸਿੰਘ ਨੂੰ ਕਿਸੇ ਪੁੱਛਿਆ ਸੀ, ਤੂੰ ਪੂਰਬ ਅਤੇ ਪੱਛਮ ਦੋਨਾਂ ਦੀ ਸਟੱਡੀ ਬਹੁਤ ਕੀਤੀ ਹੈ, ਸਾਹਿਤ ਦੀ, ਸਿੱਖੀ ਦੀ ਚੜ੍ਹਦੀ ਕਲਾ ਲਈ। ਉਹਨੇ ਕਿਹਾ ਸੀ ਸਦੀ ਵਿੱਚ ਭਾਈ ਵੀਰ ਸਿੰਘ ਵਰਗਾ ਗੁਰਸਿੱਖ ਪੈਦਾ ਹੋ ਜਾਏ। ਅਤੇ ਮੈਂ ਆਪ ਨੂੰ ਇੱਕ ਅਰਜ਼ ਕਰਾਂ ਕਿ ਭਾਈ ਵੀਰ ਸਿੰਘ ਜੀ ਸਾਡੇ ਕੋਲ ਅੱਜ ਵੀ ਮੌਜੂਦ ਨੇ, ਕਿਉਂਕਿ ਲਿਖਤ ਵਿੱਚ ਲਿਖਾਰੀ ਦਾ ਆਪਾ ਸਮਾਇਆ ਹੁੰਦਾ ਹੈ, ਲਿਖਤ ਵਿੱਚ ਲਿਖਾਰੀ ਦੀ ਆਤਮਾ ਹੁੰਦੀ ਹੈ। ਅੱਜ ਵੀ ਰਾਤ ਨੂੰ ਪੈਣ ਲੱਗਿਆਂ ਕਦੀ ਗੁਰਮੁਖ ਸਿੱਖਿਆ, ਕਦੀ ਬਾਬਾ ਨੋਹ ਸਿੰਘ, ਕਦੀ ਕਲਗੀਧਰ ਚਮਤਕਾਰ। ਭਾਈ ਸਾਹਿਬ ਜੀ ਦੇ ਜੀਵਨ 'ਚ ਕੋਈ ਵੀ ਲਿਖਤ ਹੈ, ਰਾਤ ਨੂੰ ਸੌਣ ਲੱਗਿਆਂ ਇੱਕ ਵਾਰੀ ਪੜ੍ਹ ਲਿਓ। ਮੈਂ ਗੁਰੂ ਨਾਨਕ 'ਤੇ ਭਰੋਸਾ ਕਰਕੇ ਕਹਿਣਾ, ਝੂਠੀ ਖੁਸ਼ਾਮਦ ਨਹੀਂ ਕਿ ਤੁਸੀਂ ਸਵੇਰੇ ਨਿਤਨੇਮ ਕਰੋਗੇ ਅਤੇ ਰਸ ਕੁਝ ਹੋਰ ਬਣਿਆ ਹੋਵੇਗਾ। ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੇ ਜਨਮ ਦਿਨ ਦੀ ਆਪ ਸਭ ਨੂੰ ਬਹੁਤ ਬਹੁਤ ਵਧਾਈ। ਔਰ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਜਦੋਂ ਕਿਤੇ ਵੀ ਕਿਸੇ ਨੂੰ ਗਿਫਟ ਦਿੰਦੇ ਹੋ, ਹਾਲਾਂ ਮੈਂ ਕਦੀ ਕਿਸੇ ਨੂੰ ਕਿਹਾ ਨਹੀਂ, ਅੱਜ ਮੈਨੂੰ ਭਾਈ ਵੀਰ ਸਿੰਘ ਸਾਹਿਤ ਸਦਨ ਵਾਲੇ ਸੱਜਣਾ ਨੇ ਕਿਹਾ ਅਤੇ ਮੈਂ ਬੋਲਣ ਲੱਗਾ ਇਸ ਤਰ੍ਹਾਂ। ਉਂਝ ਆਪ ਸਾਰੇ ਸਿੱਖ ਜਗਤ ਨੂੰ ਪਤਾ ਹੈ ਕਿ ਭਾਈ ਵੀਰ ਸਿੰਘ ਜੀ ਦੀ ਜਦੋਂ ਵੀ ਦਾਸ ਕਥਾ ਕਰਦਾ ਹੈ, ਮੈਂ ਹਰ ਹਾਲਤ ਵਿੱਚ, ਕਿਉਂਕਿ ਮੈਂ ਉਹਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ, ਉਹਨਾਂ ਦੀ ਰਚਨਾ ਤੋਂ ਬਿਨਾਂ। ਮੈਂ ਅੱਜ ਵੀ ਕਹਾਂਗਾ, ਜੇ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਹੋ, ਆਪਸ ਵਿੱਚ ਪ੍ਰੇਮ ਚਾਹੁੰਦੇ ਹੋ, ਨਾਮ ਰਸੀਏ ਚਾਹੁੰਦੇ ਹੋ, ਜਪਣ ਵਾਲੇ ਚਾਹੁੰਦੇ ਹੋ, ਸਾਰੇ ਗੁਰਮੁਖ ਚੰਗੇ ਨੇ ਲਿਖਾਰੀ,
ਪਰ ਮੈਂ ਇੱਕੋ ਗੱਲ ਕਹਾਂਗਾ, ਜੇ ਇੱਕ ਦੂਜੇ ਨੂੰ ਗਿਫਟ ਵੀ ਦੇਣਾ ਹੈ ਤੇ ਭਾਈ ਸਾਹਿਬ ਜੀ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਘਰ ਘਰ ਵਿੱਚ ਪਹੁੰਚਾ ਦਿਓ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਮੈਂ ਸਮਾਪਤੀ ਫਿਰ ਉਸੇ ਤੇ ਕਰਾਂਗਾ। ਅਕਾਲ ਪੁਰਖ ਦੀ ਸਿਫਤ ਹੈ, ਗੁਰੂ ਦੀ ਸਿਫਤ ਹੈ, ਗੁਰਸਿੱਖ ਦੀ ਸਿਫਤ ਹੈ। ਤੇ ਮੇਰੀ ਵੀ ਇੱਕ ਅਰਦਾਸ ਹੈ, ਦਾਤਾ ਮਿਹਰ ਕਰੀ ਇਹੋ ਜਿਹੇ ਮਹਾਨ ਗੁਰਸਿੱਖ, ਉਹਨਾਂ ਦੇ ਜੀਵਨ ਨੂੰ ਅਸੀਂ ਸਮਝ ਸਕੀਏ, ਉਹਨਾਂ ਦੀ ਰਚਨਾ ਨੂੰ ਪੜ੍ਹ ਸਕੀਏ ਭਾਵਨਾ ਨਾਲ। ਬਸ ਸਿੱਖੀ ਦੀ ਚੜ੍ਹਦੀ ਕਲਾ ਲਈ ਜੋ ਭਾਈ ਸਾਹਿਬ ਨੇ ਸ਼ਬਦ ਕਹੇ, ਇਹ ਚੜ੍ਹਦੀ ਕਲਾ ਹੋਵੇਗੀ, ਪੰਥ ਦੀ ਖੈ ਵੀ ਹੈ। ਭਾਈ ਸਾਹਿਬ ਰਾਣਾ ਸੂਰਤ ਸਿੰਘ ਵਿੱਚ ਲਿਖਦੇ ਆ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਾਧ ਹੀ ਰੱਖਣਾ। ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਾਧ ਹੀ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।